ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਤੀਜਾ। ਚਉ ਤੁਕੇ ਸੱਚੀ ਭਗਤ ਸਤਿਗੁਰ ਤੇ ਹੋਵੈ, ਸੱਚੀ ਹਿਰਦੈ ਬਾਣੀ। ਸਤਿਗੁਰ ਸੇਵੇ ਸਦਾ ਸੁਖ ਪਾਏ, ਹਉ ਮੈਂ ਸ਼ਬਦ ਸਮਾਣੀ। ਬਿਨ ਗੁਰ ਸਾਚੇ ਭਗਤ ਨਾ ਹੋਵੀ, ਹੋਰ ਭੂਲੀ ਫਿਰੈ ਏਆਣੀ। ਮਨਮੁਖ ਫਿਰਹਿ ਸਦਾ ਦੁਖ ਪਾਵਹਿ, ਡੂਬ ਮੋਏ ਵੈਣ ਪਾਣੀ। ਭਾਈ ਰੇ ਸਦਾ ਰਹੋ ਸਰਣਾਈ, ਆਪਣੀ ਨਦਰ ਕਰੇ ਪਤ ਰਾਖੈ, ਹਰ ਨਾਮੋ ਦੇ ਵਡਿਆਈ। ਰਹਾਉ ਭਾਈ ਰੇ ਸਦਾ ਰਹੋ ਸਰਣਾਈ, ਆਪਣੀ ਨਦਰ ਕਰੇ ਪਤ ਰਾਖੈ, ਹਰ ਨਾਮੋ ਦੇ ਵਡਿਆਈ। ਰਹਾਉ ਸੱਚੇ ਭਗਤ ਸਤਿਗੁਰ ਤੇ ਹੋਵੈ, ਸੱਚੀ ਹਿਰਦੈ ਬਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਨੇ ਸਾਡੇ ਕਲਯੁਗੀ ਜੀਵਾਂ ਤੇ ਮਹਾਨ ਪਰਉਪਕਾਰ ਕੀਤਾ ਹੈ। ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਉਸ ਅਕਾਲ ਪੁਰਖ ਨੇ ਪਾਵਨ 10 ਗੁਰੂ ਅਵਤਾਰ ਧਾਰਨ ਕਰਕੇ ਸਾਡੇ ਤੇ ਮਹਾਨ ਪਰਉਪਕਾਰ ਕੀਤੇ, ਜਿਨ੍ਹਾਂ ਨੂੰ ਗਿਣਿਆ ਨਹੀਂ ਜਾ ਸਕਦਾ। ਪਰ ਸਭ ਤੋਂ ਵੱਡਾ ਪਰਉਪਕਾਰ ਸਤਿਗੁਰੂ ਨੇ ਇਹ ਹੀਰੇ ਮੋਤੀ ਰਤਨ ਜਵਾਹਰਾਤਾਂ ਦਾ ਖਜ਼ਾਨਾ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਇਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਹੈ। ਆਪ ਸੰਗਤਾਂ ਇਸ ਪਵਿੱਤਰ ਬਾਣੀ ਦੀ ਵਿਚਾਰ ਸੁਣ ਰਹੇ ਹੋ। ਇਸ ਮਹਾਨ ਖਜ਼ਾਨੇ ਦੇ ਨਾਲ ਸਾਂਝ ਪਾ ਰਹੇ ਹੋ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸੋਰਠ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਸ ਪਵਿੱਤਰ ਸ਼ਬਦ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ, ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਰਹਾਉ ਦੀਆਂ ਪੰਕਤੀਆਂ ਵਿੱਚ ਭਾਈ ਰੇ ਸਦਾ ਰਹੋ ਸਰਣਾਈ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਹੇ ਭਾਈ, ਤੁਸੀਂ ਹਮੇਸ਼ਾ ਲਈ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਪਏ ਰਹੋ। ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜੇ ਅਸ ਗੋਬਿੰਦ ਦਾਸ ਤੁਹਾਰ। ਕਿਉਂ ਵਾਹਿਗੁਰੂ ਦੀ ਸ਼ਰਨ ਹੀ ਸਾਨੂੰ ਕਾਲ ਤੋਂ ਬਚਾ ਸਕਦੀ ਹੈ। ਬਿਨ ਹਰ ਨਾਮ ਨ ਬਾਚਨ ਪੈ ਹੈ, 14 ਲੋਕ ਜਾਹੇ ਬਸ ਕੀਨੇ ਤਾਂ ਤੇ ਕਹਾਂ ਪਲੈ ਹੈ।
राम रहीम उबार न सक हैं, जाकर नाम रटै है। ब्रह्मा विष्णु रुद्र सूरज सस, ते बस काल सब है। बिना शरण ताकी नहीं और ओटंग, बचेगा न कोई करे काल चोटंग। जिते शरण ऐहें तिते राख लहें, ਭਾਈ ਰੇ ਸਦਾ ਰਹੋ ਸਰਨਾਈ। ਹੇ ਭਾਈ, ਹਮੇਸ਼ਾ ਲਈ ਤੁਸੀਂ ਉਸ ਅਕਾਲ ਪੁਰਖ ਦੀ ਸ਼ਰਨ ਵਿੱਚ ਪਏ ਰਹੋ। ਆਪਣੀ ਨਦਰ ਕਰੇ ਪਤ ਰਾਖੈ, ਹਰ ਨਾਮੋਂ ਦੇ ਵਡਿਆਈ। ਜਦੋਂ ਅਕਾਲ ਪੁਰਖ ਵਾਹਿਗੁਰੂ ਆਪਣੀ ਮਿਹਰ ਦੀ ਦ੍ਰਿਸ਼ਟੀ ਕਰ ਦਿੰਦਾ ਤੇ ਫਿਰ ਵਾਹਿਗੁਰੂ ਦੇ ਨਾਮ ਦੀ ਵਡਿਆਈ ਦੇ ਦਿੰਦਾ। ਜਿਸ ਨੂੰ ਨਾਮ ਦੀ ਵਡਿਆਈ ਦੇ ਦੇਵੇ, ਪਤ ਰਾਖੈ, ਫਿਰ ਉਹਦੀ ਲੋਕ ਤੇ ਪਰਲੋਕ ਦੇ ਵਿੱਚ ਇੱਜ਼ਤ ਵੀ ਵਾਹਿਗੁਰੂ ਪਰਮੇਸ਼ਰ ਆਪ ਹੀ ਰੱਖਦਾ ਹੈ। ਇਸ ਲਈ ਤੁਸੀਂ ਹਰ ਵੇਲੇ ਵਾਹਿਗੁਰੂ ਦੀ ਸ਼ਰਨ ਵਿੱਚ ਪਏ ਰਹੋ, ਤਾਂ ਕਿ ਉਸ ਦੀ ਮਿਹਰ ਦੀ ਦ੍ਰਿਸ਼ਟੀ ਨਾਲ ਤੁਹਾਨੂੰ ਵੀ ਨਾਮ ਦੀ ਵਡਿਆਈ ਪ੍ਰਾਪਤ ਹੋ ਜਾਵੇ। ਨਾਮ ਦਾ ਸਦਕਾ ਹੀ ਵਾਹਿਗੁਰੂ ਦੀਨ ਦੁਨੀਆ ਦੇ ਵਿੱਚ ਜੀਵ ਦੀ ਪਤ ਰੱਖਦਾ ਹੈ। ਲਓ ਹੁਣ ਆਰੰਭ ਤੋਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਦੀ ਮਹਿਮਾ ਉਚਾਰਨ ਕਰਦੇ ਹਨ। ਸੰਗਤਾਂ ਪ੍ਰੇਮ ਦੇ ਨਾਲ ਬਾਣੀ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਤੀਜਾ, ਚੌਥੁਕੇ। ਸੱਚੀ ਭਗਤ ਸਤਿਗੁਰ ਤੇ ਹੋਵੈ, ਸੱਚੀ ਹਿਰਦੈ ਬਾਣੀ। ਸੋਠ ਰਾਗ ਦੇ ਵੀ ਤੀਜੇ ਪਾਤਸ਼ਾਹ ਅੱਗੇ ਚਾਰ ਚਾਰ ਤੁਕਾਂ ਇੱਕ ਇੱਕ ਪੌੜੀ ਵਿੱਚ ਹੋਣ ਐਸੇ ਚੌਤੁਕੇ ਸ਼ਬਦ ਉਚਾਰਨ ਕਰ ਰਹੇ ਹਨ। ਸੱਚੀ ਭਗਤ ਸਤਿਗੁਰ ਤੇ ਹੋਵੈ, ਸੱਚੀ ਹਿਰਦੈ ਬਾਣੀ। ਹਜ਼ੂਰ ਫਰਮਾਉਂਦੇ ਨੇ, ਭਾਈ ਜਿਹੜੀ ਸੱਚੀ ਭਗਤੀ ਹੈ, ਸੱਚੀ ਭਗਤੀ ਕਿਹੜੀ ਹੈ? ਜੀਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਅੰਦਰੋਂ ਤੇ ਬਾਹਰੋਂ ਨਿਰਮਲ ਹੋ ਕੇ ਵਾਹਿਗੁਰੂ ਦੀ ਭਗਤੀ ਕਰਨੀ, ਇਹ ਸੱਚੀ ਭਗਤੀ ਹੈ। ਤੇ ਝੂਠੀ ਭਗਤੀ ਕਿਹੜੀ ਹੈ? ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚੇ, ਜਿਨ੍ਹਾਂ ਦੇ ਮਨ ਦੇ ਵਿੱਚ ਹੋਰ ਭਾਵਨਾ ਤੇ ਬਾਹਰੋਂ ਕੁਛ ਹੋਰ ਕਰਕੇ ਵਿਖਾਉਂਦੇ ਨੇ, ਉਹ ਝੂਠੀ ਭਗਤੀ ਹੁੰਦੀ ਹੈ। ਪਰ ਜਿਹੜੀ ਸੱਚੀ ਭਗਤੀ ਹੈ ਉਹ ਸਤਿਗੁਰੂ ਤੋਂ ਹੀ ਪ੍ਰਾਪਤ ਹੁੰਦੀ ਹੈ। ਸੱਚੀ ਹਿਰਦੈ ਬਾਣੀ, ਤੇ ਗੁਰੂ ਦੀ ਕਿਰਪਾ ਦੇ ਨਾਲ ਹੀ ਸੱਚੀ ਬਾਣੀ ਹਿਰਦੇ ਵਿੱਚ ਵਸਦੀ ਹੈ। ਸਤਿਗੁਰ ਸੇਵੇ ਸਦਾ ਸੁਖ ਪਾਏ, ਹਉਮੈ ਸ਼ਬਦ ਸਮਾਣੀ। ਹਜ਼ੂਰ ਫਰਮਾਉਂਦੇ ਨੇ, ਭਾਈ ਜਿਹੜਾ ਸਤਿਗੁਰੂ ਦੀ ਸੇਵਾ ਕਰੇ ਉਹ ਸदैवी ਸੁਖ ਪ੍ਰਾਪਤ ਕਰ ਲੈਂਦਾ ਹੈ। ਕਿਉਂਕਿ ਸਰਬ ਸੁਖਾਂ ਕਾ ਦਾਤਾ ਸਤਿਗੁਰ, ਤਾਕੀ ਸਰਣੀ ਪਾਈਐ। ਦਰਸ਼ਨ ਭੇਟਤ ਹੋਤ ਆਨੰਦਾ, ਦੁਖ ਗਿਆ ਹਰ ਗਾਈਐ। ਸਤਿਗੁਰੂ ਦੀ ਸੇਵਾ ਨਾਲ ਹਮੇਸ਼ਾ ਲਈ ਇਹ ਜੀਵ ਸੁਖ ਪ੍ਰਾਪਤ ਕਰਦਾ ਹੈ। ਹਉਮੈ ਸ਼ਬਦ ਸਮਾਣੀ, ਗੁਰੂ ਕੇ ਸ਼ਬਦ ਦੁਆਰਾ ਜਿਹੜੀ ਹਉਮੈ ਉਹ ਵੀ ਸਮਾਣੀ ਦਾ ਅਰਥ ਸਮਾ ਜਾਂਦੀ ਹੈ, ਅਭਾਵ ਹੋ ਜਾਂਦੀ ਹੈ, ਨਾਸ ਹੋ ਜਾਂਦੀ ਹੈ। ਬਿਨ ਗੁਰ ਸਾਚੇ ਭਗਤ ਨਾ ਹੋਵੇ, ਹੋਰ ਭੂਲੀ ਫਿਰੈ ਏ ਆਣੀ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਬਿਨਾਂ ਸੱਚੇ ਗੁਰੂ ਦੀ ਕਿਰਪਾ ਤੋਂ ਅਸਲੀ ਭਗਤੀ, ਪ੍ਰੇਮਾ ਭਗਤੀ ਨਹੀਂ ਹੋ ਸਕਦੀ। ਹੋਰ ਭੂਲੀ ਫਿਰੈ ਏ ਆਣੀ, ਜਿੰਨੀ ਵੀ ਇਹ ਆਣੀ ਨਾਦਾਨ ਅਤੇ ਅਣਜਾਣ ਸ੍ਰਿਸ਼ਟੀ ਹੈ, ਉਹ ਹੋਰ ਪਾਸੇ ਭੁੱਲੀ ਭਟਕੀ ਫਿਰਦੀ ਹੈ। ਪਰ ਬਿਨਾਂ ਸੱਚੇ ਗੁਰੂ ਤੋਂ ਅਸਲੀ ਭਗਤੀ ਨਹੀਂ ਹੋ ਸਕਦੀ। ਮਨਮੁਖ ਫਿਰਹਿ ਸਦਾ ਦੁਖ ਪਾਵਹਿ, ਡੂਬ ਮੋਏ ਵਿਣ ਪਾਣੀ। ਜਿਹੜੇ ਮਨਮੁਖ ਲੋਕ ਨੇ ਉਹ ਗੁਰੂ ਦੀ ਸ਼ਰਨ ਵਿੱਚ ਤਾਂ ਆਉਂਦੇ ਨਹੀਂ, ਹੋਰ ਪਾਸੇ ਭਟਕਦੇ ਫਿਰਦੇ ਨੇ। ਇਸੇ ਲਈ ਸਦਾ ਦੁੱਖ ਪਾਵੈ, ਉਹ ਹਮੇਸ਼ਾ ਲਈ ਦੁੱਖ ਹੀ ਪਾਉਂਦੇ ਹਨ। ਉਹਨਾਂ ਦਾ ਜਨਮ ਮਰਨ ਦਾ ਦੁੱਖ ਕਦੀ ਵੀ ਨਹੀਂ ਮਿਟ ਸਕਦਾ। ਡੂਬ ਮੋਏ ਵਿਣ ਪਾਣੀ, ਉਹ ਤੇ ਪਾਣੀ ਤੋਂ ਬਿਨਾਂ ਹੀ ਡੁੱਬ ਕੇ ਮਰ ਗਏ। ਇਹ ਜਿਹੜੀ ਗੱਲ ਹੈ ਨਾ,
ਡੂਬ ਮੋਏ ਵਿਣ ਪਾਣੀ, ਇਹ ਇੱਕ ਪੰਜਾਬੀ ਦਾ ਮੁਹਾਵਰਾ ਹੈ। ਕਹਿੰਦੇ ਨੇ ਬਈ ਉਹ ਤੇ ਸ਼ਰਮ ਦੇ ਨਾਲ ਹੀ ਡੁੱਬ ਕੇ ਮਰ ਗਿਆ। ਜਾਂ ਕਿਸੇ ਨੂੰ ਕਈ ਵਾਰੀ ਇਹ ਵੀ ਗੱਲ ਆਖੀ ਜਾਂਦੀ, ਜੇ ਕੋਈ ਬਹੁਤਾ ਕੋਈ ਮਾੜਾ ਕੰਮ ਕਰ ਲਵੇ ਤਾਂ ਕਹਿੰਦੇ ਵੀ ਹੁਣ ਤਾਂ ਤੂੰ ਚਪਣੀ 'ਚ ਹੀ ਨੱਕ ਡੁਬੋ ਕੇ ਮਰ ਜਾ। ਡੂਬ ਮੋਏ ਵਿਣ ਪਾਣੀ, ਮਨਮੁਖ ਲੋਕ ਬਿਨਾਂ ਪਾਣੀ ਤੋਂ ਸ਼ਰਮ ਦੇ ਨਾਲ ਹੀ ਡੁੱਬ ਕੇ ਮਰ ਜਾਂਦੇ ਨੇ, ਕਿਉਂਕਿ ਵਾਹਿਗੁਰੂ ਦੀ ਭਗਤੀ ਨਹੀਂ ਹੁੰਦੀ ਉਹਨਾਂ ਦੇ ਕੋਲ, ਨਾ ਹੀ ਗੁਰੂ ਦੀ ਸੇਵਾ ਕਰਦੇ ਹਨ, ਨਾ ਹੀ ਕੋਈ ਸਿਮਰਨ ਦੀ ਕੋਈ ਉਹਨਾਂ ਦੇ ਕੋਲ ਗੱਲ ਹੁੰਦੀ ਹੈ। ਇਸ ਲਈ ਬਿਨਾਂ ਪਾਣੀ ਤੋਂ ਸ਼ਰਮ ਦੇ ਨਾਲ ਹੀ ਡੁੱਬ ਕੇ ਮਰ ਗਏ। ਦੂਸਰਾ ਇਹਦਾ ਭਾਵ ਮਹਾਂਪੁਰਖ ਇਹ ਵੀ ਦੱਸਦੇ ਸਨ, ਡੂਬ ਮੋਏ ਵਿਣ ਪਾਣੀ, ਪਾਣੀ ਤੋਂ ਬਿਨਾਂ ਕਿਵੇਂ ਡੁੱਬ ਕੇ ਮਰ ਗਏ। ਜਿਵੇਂ ਮਾਰੂਥਲ ਦੇ ਵਿੱਚ ਕੋਈ ਪਿਆਸਾ ਹਰਨ ਮ੍ਰਿਗ ਤ੍ਰਿਸ਼ਨਾ ਦੇ ਪਾਣੀ ਨੂੰ ਦੇਖ ਕੇ ਦੌੜਦਾ ਹੈ। ਮ੍ਰਿਗ ਤ੍ਰਿਸ਼ਨਾ ਦਾ ਪਾਣੀ ਉਸ ਨੂੰ ਕਹਿੰਦੇ ਨੇ ਵੀ ਜੇਠ ਹਾੜ ਦੇ ਮਹੀਨੇ ਜਦੋਂ ਸੂਰਜ ਦੀ ਤੇਜ਼ ਧੁੱਪ ਪੈਂਦੀ ਹੈ ਤੇ ਰੇਤਾ ਇਉਂ ਚਮਕਦਾ ਦੂਰੋਂ ਜਿਵੇਂ ਕੋਈ ਪਾਣੀ ਦਾ ਦਰਿਆ ਵਗ ਰਿਹਾ ਹੋਵੇ। ਪਿਆਸਾ ਹਰਨ ਉਸ ਮ੍ਰਿਗ ਤ੍ਰਿਸ਼ਨਾ ਦੇ ਪਾਣੀ ਵੱਲ ਨੂੰ ਦੌੜਦਾ ਹੈ, ਪਰ ਜਦੋਂ ਉੱਥੇ ਜਾਂਦਾ ਪਾਣੀ ਤੇ ਹੁੰਦਾ ਹੀ ਨਹੀਂ। ਫੇਰ ਅੱਗੇ ਵੱਲ ਨਿਗਾਹ ਮਾਰਦਾ, ਫੇਰ ਉਹਨੂੰ ਰੇਤਾ ਚਮਕਦਾ, ਮ੍ਰਿਗ ਤ੍ਰਿਸ਼ਨਾ ਦਾ ਪਾਣੀ ਦਿਖਾਈ ਦਿੰਦਾ, ਫੇਰ ਦੌੜਨਾ ਸ਼ੁਰੂ ਕਰ ਦਿੰਦਾ। ਉਹ ਜਿਹੜਾ ਪਿਆਸਾ ਹਰਨ ਹੈ ਉਹ ਮ੍ਰਿਗ ਤ੍ਰਿਸ਼ਨਾ ਦੇ ਪਾਣੀ ਪਿੱਛੇ ਦੌੜਦਾ ਦੌੜਦਾ ਹੀ ਮਰ ਜਾਂਦਾ, ਪਰ ਉਹਨੂੰ ਪਾਣੀ ਨਹੀਂ ਮਿਲਦਾ। ਡੂਬ ਮੋਏ ਵਿਣ ਪਾਣੀ। ਇਸੇ ਤਰ੍ਹਾਂ ਜਿਹੜੇ ਮਨਮੁਖ ਲੋਕ ਨੇ ਉਹ ਮਾਇਆ ਪਿੱਛੇ, ਮਾਇਆ ਵੀ ਇੱਕ ਮਾਰੂ ਥਾਲੀ ਹੈ। ਸਹਿਸ ਕਟੇ ਲੱਖ ਕੋ ਉਠ ਧਾਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ। ਹਰ ਆਦਮੀ ਦੀ ਪਹਿਲਾਂ ਤੇ ਖਵਾਹਿਸ਼ ਹੁੰਦੀ ਹੈ ਕਿ ਜੇ ਮੈਨੂੰ ਮਹੀਨੇ ਦਾ $1000 ਮਿਲ ਜਾਵੇ, 1000 ਰੁਪਇਆ ਮਿਲ ਜਾਵੇ, ਉਹਦੇ ਨਾਲ ਮੇਰਾ ਨਿਰਵਾਹ ਹੋ ਸਕਦਾ ਹੈ। ਫਿਰ ਕਹਿੰਦਾ ਨਹੀਂ ਇਹ ਥੋੜ੍ਹਾ ਹੈ, ਲੱਖ ਚਾਹੀਦਾ। ਫਿਰ ਕਹਿੰਦਾ ਇਹ ਵੀ ਥੋੜ੍ਹਾ ਹੈ, ਕਰੋੜ ਚਾਹੀਦਾ। ਫਿਰ ਅੱਗੇ ਅਰਬਾਂ ਖਰਬਾਂ ਦੀ ਗੱਲ ਚੱਲ ਪੈਂਦੀ ਹੈ। ਮਨੁੱਖ ਦੀ ਪਿਆਸ ਨਹੀਂ ਬੁਝਦੀ। ਡੂਬ ਮੋਏ ਵਿਣ ਪਾਣੀ, ਬਿਨਾਂ ਪਾਣੀ ਤੋਂ ਇਸ ਮਾਇਆ ਦੇ ਪਦਾਰਥਵਾਦ ਦੇ ਮਾਰੂਥਲ ਦੇ ਵਿੱਚ ਹੀ ਉਹ ਡੁੱਬ ਕੇ ਮਰ ਗਏ। ਉਹਨਾਂ ਦੀ ਪਿਆਸ ਨਹੀਂ ਬੁਝੀ, ਅੰਦਰੋਂ ਮਨ ਸ਼ਾਂਤ ਨਾ ਹੋਇਆ। ਤੇ ਤੀਸਰਾ ਇਹਦੇ ਵਿੱਚ ਇਹ ਵੀ ਇੱਕ ਸਿਧਾਂਤ ਹੈ, ਡੂਬ ਮੋਏ ਵਿਣ ਪਾਣੀ, ਉਹ ਪਾਣੀ ਤੋਂ ਬਿਨਾਂ ਹੀ ਡੁੱਬ ਕੇ ਮਰ ਗਏ। ਉਹ ਕਿਵੇਂ? ਇੱਕ ਮਹਾਂਪੁਰਖ ਉਦਾਹਰਨ ਦਿੰਦੇ ਸਨ। 20 ਜੁਲਾਹੇ ਸਨ ਔਰ ਉਹ ਕਿਸੇ ਦੂਸਰੇ ਪਿੰਡ ਉਹਨਾਂ ਨੇ ਮੁਕਾਣ ਜਾਣਾ ਸੀ ਤੇ ਉਹ ਸਾਰੇ ਇਕੱਠੇ ਹੋ ਕੇ ਚੱਲ ਪਏ। ਉਹਨਾਂ ਨੂੰ ਕਿਸੇ ਨੇ ਆਖਿਆ ਬਈ ਰਸਤੇ ਵਿੱਚ ਇੱਕ ਨਦੀ ਪੈਂਦੀ ਹੈ, ਪਰ ਉਹ ਬਰਸਾਤੀ ਨਾਲਾ ਸੀ, ਬਈ ਉੱਥੋਂ ਬਚ ਕੇ ਲੰਘਿਓ। ਉਹ ਕਹਿਣ ਲੱਗੇ ਚਲੋ ਠੀਕ ਹੈ। ਜਦੋਂ ਇਹ ਗਏ ਮੌਸਮ ਤੇ ਸੁੱਕਾ ਸੀ, ਪਰ ਇਹਨਾਂ ਨੂੰ ਕਿਸੇ ਬੰਦੇ ਨੇ ਪਹਿਲਾਂ ਹੀ ਆਖਿਆ ਸੀ ਵੀ ਰਸਤੇ ਵਿੱਚ ਨਦੀ ਪੈਂਦੀ ਹੈ, ਉੱਥੋਂ ਬਚ ਕੇ ਜਾਇਓ। ਉਹ ਸੁੱਕੀ ਨਦੀ ਦੇ ਕਿਨਾਰੇ ਜਾ ਕੇ ਖੜੇ ਹੋ ਗਏ, ਆਪਸ ਵਿੱਚ ਲੱਗੇ ਗੱਲ ਕਰਨ। ਕਹਿੰਦੇ ਵੀ ਹੁਣ ਇਹ ਨਦੀ ਹੈ ਤੇ ਆਪਾਂ ਇਹਨੂੰ ਪਾਰ ਕਰਨਾ, ਦੱਸੋ ਆਪਾਂ ਇਸ ਨਦੀ ਨੂੰ ਕਿਵੇਂ ਪਾਰ ਕਰ ਸਕਦੇ ਹਾਂ। ਉਹਨਾਂ ਵਿੱਚੋਂ ਜਿਹੜੇ ਉਹਨਾਂ ਦੇ ਮੁਖੀਏ ਸਨ ਉਹ ਕਹਿਣ ਲੱਗੇ ਤੁਹਾਨੂੰ ਪਤਾ ਵੀ ਨਦੀ ਤਰ ਕੇ ਹੀ ਪਾਰ ਹੁੰਦੀ ਹੈ। ਤੇ ਉਹਨਾਂ ਨੇ ਕੱਪੜੇ ਲਾਹ ਲਏ ਤੇ ਉਹ ਸੁੱਕੀ ਨਦੀ ਵਿੱਚ ਲੰਮੇ ਪੈ ਪੈ ਕੇ ਲੇਟ ਲੇਟ ਕੇ ਤੇ ਉਹ ਪਰਲੇ ਪਾਰ ਬੜੀ ਮੁਸ਼ਕਲ ਦੇ ਨਾਲ ਲੰਘੇ। ਮੁੜਕੋ ਮੁੜਕੀ ਹੋ ਗਏ। ਜਦੋਂ ਪਰਲੇ ਪਾਰ ਲੰਘੇ ਤੇ ਉੱਥੇ ਜਾ ਕੇ ਕਹਿਣ ਲੱਗੇ ਭਾਈ ਗਿਣਤੀ ਵੀ ਕਰ ਲਓ, ਕੋਈ ਵਿੱਚ ਨਾ ਡੁੱਬ ਗਿਆ ਹੋਵੇ। ਹੁਣ ਡੁੱਬਣਾ ਕਿਹਨੇ ਸੀ ਸੁੱਕੀ ਨਦੀ ਵਿੱਚ, ਪਰ ਭਰਮ ਦੇ ਵਿੱਚ ਹੀ ਪੈ ਕੇ ਬਈ ਨਦੀ ਨੂੰ ਤੇ ਤਰ ਕੇ ਹੀ ਪਾਰ ਕਰੀਦਾ ਹੈ, ਪਰ ਇਹ ਤੇ ਸੋਚਿਆ ਨਹੀਂ ਵੀ ਜੇ ਨਦੀ ਵਿੱਚ ਪਾਣੀ ਹੋਵੇ ਤਾਂ ਹੀ ਤਰ ਕੇ ਪਾਰ ਲੰਘਿਆ ਜਾਂਦਾ। ਜੇ ਨਦੀ ਸੁੱਕੀ ਹੈ ਔਰ ਉੱਥੇ ਰੇਤਾ ਹੀ ਹੈ, ਫਿਰ ਉਸ ਨੂੰ ਤਰ ਕੇ ਥੋੜ੍ਹਾ ਪਾਰ ਕੀਤਾ ਜਾ ਸਕਦਾ, ਫਿਰ ਤੇ ਤੁਰ ਕੇ ਵੀ ਤੇ ਲੰਘਿਆ ਜਾ ਸਕਦਾ। ਪਰ ਇਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ। ਉਹ ਕਹਿੰਦੇ ਨਦੀ ਤਾਂ ਤਰ ਕੇ ਹੀ ਪਾਰ ਕੀਤੀ ਜਾਂਦੀ ਹੈ। ਤੇ ਉਹਨਾਂ ਨੇ ਚਲੋ ਪਰਲੇ ਪਾਰ ਜਿਵੇਂ ਕਿਵੇਂ ਪਹੁੰਚ ਗਏ। ਉੱਥੇ ਜਾ ਕੇ ਕਹਿੰਦੇ ਭਾਈ ਗਿਣਤੀ ਕਰੋ ਕੋਈ ਵਿੱਚ ਨਾ ਡੁੱਬ ਗਿਆ ਹੋਵੇ।
ਜਦੋਂ ਗਿਣਤੀ ਕਰਨ ਲੱਗੇ ਜਿਹੜਾ ਗਿਣਤੀ ਕਰੇ ਉਹ ਆਪਣੇ ਆਪ ਨੂੰ ਭੁੱਲ ਜਾਵੇ ਤੇ ਫਿਰ 19 ਤਾਂ ਗਿਣੇ ਜਾਣ ਤੇ 20ਵੇਂ ਆਦਮੀ ਦਾ ਪਤਾ ਨਾ ਲੱਗੇ। ਫਿਰ ਰੋਣ ਲੱਗ ਪਏ, ਕਹਿਣ ਲੱਗੇ ਵੀ ਸਾਡਾ ਤੇ ਇੱਕ ਬੰਦਾ ਡੁੱਬ ਗਿਆ, ਅਸੀਂ ਤਾਂ ਘਰੋਂ 20 ਤੁਰੇ ਸਾਂ ਪਰ ਅਸੀਂ ਹੁਣ 19 ਰਹਿ ਗਏ ਹਾਂ। ਜਦੋਂ ਰੋਣ ਲੱਗੇ ਉੱਥੇ ਨੇੜੇ ਕੋਈ ਜੱਟ ਹਲ ਵਾਹੁੰਦਾ ਸੀ, ਉਹ ਉਹਨਾਂ ਦੇ ਕੋਲ ਆਇਆ, ਕਹਿੰਦੇ ਭਾਈ ਤੁਸੀਂ ਕਿਉਂ ਰੋਂਦੇ ਹੋ? ਕਹਿੰਦੇ ਸਾਡਾ ਇੱਕ ਬੰਦਾ ਡੁੱਬ ਕੇ ਮਰ ਗਿਆ। ਉਹ ਕਹਿੰਦੇ ਕਿੱਥੇ ਮਰਿਆ? ਕਹਿੰਦੇ ਐਸ ਨਦੀ ਵਿੱਚ। ਉਹ ਹੈਰਾਨ ਹੋ ਕੇ ਕਹਿਣ ਲੱਗਾ ਤੇ ਨਦੀ ਸੁੱਕੀ ਹੈ, ਇਹਦੇ ਵਿੱਚ ਤੇ ਕੋਈ ਡੁੱਬ ਹੀ ਨਹੀਂ ਸਕਦਾ, ਮਰਨ ਦੀ ਗੱਲ ਤੇ ਬੜੀ ਦੂਰ ਰਹਿ ਗਈ। ਉਹ ਕਹਿੰਦੇ ਨਹੀਂ, ਅਸੀਂ ਘਰੋਂ 20 ਤੁਰੇ ਸੀ, ਅਸੀਂ 19 ਰਹਿ ਗਏ ਹਾਂ। ਉਸ ਜ਼ਿਮੀਂਦਾਰ ਨੇ ਆਖਿਆ ਅੱਛਾ ਤੁਸੀਂ ਸਾਰੇ ਲਾਈਨ ਵਿੱਚ ਖੜ ਜਾਓ, ਮੈਂ ਗਿਣਤੀ ਕਰਦਾ। ਜਦੋਂ ਫਿਰ ਉਸ ਜ਼ਿਮੀਂਦਾਰ ਨੇ ਗਿਣਤੀ ਕੀਤੀ ਤੇ 20 ਪੂਰੀ ਹੋ ਗਈ, ਕਿਉਂਕਿ ਜਿਹੜਾ ਉਹ ਪਹਿਲਾਂ ਗਿਣਦਾ ਸੀ ਆਪਣੇ ਆਪ ਨੂੰ ਭੁੱਲ ਹੀ ਜਾਂਦਾ ਸੀ ਵੀ ਮੈਂ ਵੀ ਇਹਨਾਂ ਦੇ ਵਿੱਚ ਹੀ ਹਾਂ। ਤੇ ਜਦੋਂ ਉਸਨੇ ਗਿਣਤੀ ਗਿਣੀ ਤੇ ਫਿਰ 20 ਪੂਰੇ ਹੋਏ, ਫਿਰ ਬੜੇ ਖੁਸ਼ ਹੋਏ ਤੇ ਨਾਲੇ ਆਪਣੀ ਮੂਰਖਤਾ ਤੇ ਹੱਸਣ ਵੀ ਲੱਗੇ। ਕਹਿੰਦੇ ਓਏ ਡੂਬ ਮੋਏ ਬਿਨ ਪਾਣੀ, ਆਪਾਂ ਦਾ ਪਾਣੀ ਤੋਂ ਬਿਨਾਂ ਡੁੱਬ ਕੇ ਮਰ ਗਏ, ਭਰਮ ਦੇ ਵਿੱਚ ਹੀ ਪੈ ਕੇ। ਇਹ ਕੁਛ ਐਸੇ ਰਾਜ ਨੇ ਜਿਹੜੇ ਸਤਿਗੁਰੂ ਮਹਾਰਾਜ ਨੇ ਗੁਰਬਾਣੀ ਵਿੱਚ ਕਈ ਮੁਹਾਵਰੇ ਵੀ ਵਰਤੇ ਹਨ। ਡੂਬ ਮੋਏ ਬਿਨ ਪਾਣੀ, ਜਿਵੇਂ ਉਹ ਜੁਲਾਹੇ ਬਿਨਾਂ ਪਾਣੀ ਤੋਂ ਭਰਮ ਦੇ ਵਿੱਚ ਹੀ ਡੁੱਬ ਕੇ ਮਰ ਗਏ, ਇਸੇ ਤਰ੍ਹਾਂ ਮਨਮੁਖ ਵੀ ਭਾਈ ਬਿਨਾਂ ਪਾਣੀ ਤੋਂ ਉਹ ਡੁੱਬ ਕੇ ਭਰਮ ਦੇ ਵਿੱਚ ਹੀ ਮਰ ਜਾਂਦੇ ਹਨ। ਭਾਈ ਰੇ ਸਦਾ ਰਹੋ ਸਰਨਾਈ, ਆਪਣੀ ਨਦਰ ਕਰੇ ਪਤ ਰਾਖੈ, ਹਰ ਨਾਮੋ ਦੇ ਵਡਿਆਈ ਰਹਾਉ। ਹੇ ਭਾਈ ਤੁਸੀਂ ਹਮੇਸ਼ਾ ਲਈ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਪਏ ਰਹੋ, ਕਿਉਂ? ਉਹ ਅਕਾਲ ਪੁਰਖ ਵਾਹਿਗੁਰੂ ਆਪਣੀ ਮਿਹਰ ਦੀ ਦ੍ਰਿਸ਼ਟੀ ਕਰਦਾ ਹੈ। ਜਿਹੜਾ ਉਹਦੀ ਸ਼ਰਨ ਵਿੱਚ ਪੈ ਜਾਵੇ ਉਹਦੇ ਉੱਤੇ ਆਪਣੀ ਮਿਹਰ ਦੀ ਨਿਗਾਹ ਕਰਦਾ ਹੈ ਤੇ ਫਿਰ ਉਸਨੂੰ ਉਹ ਵਾਹਿਗੁਰੂ ਨਾਮ ਦੀ ਵਡਿਆਈ ਦੇ ਦਿੰਦੇ। ਜਿਸ ਨੂੰ ਨਾਮ ਦੀ ਵਡਿਆਈ ਦੇ ਦੇਵੇ ਪਤ ਰੱਖੈ, ਉਹਦੀ ਲੋਕ ਤੇ ਪ੍ਰਲੋਕ ਵਿੱਚ ਪਤ ਵੀ ਵਾਹਿਗੁਰੂ ਆਪ ਹੀ ਰੱਖਦਾ ਹੈ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ, ਪੂਰੇ ਗੁਰ ਤੇ ਆਪ ਛਾਤਾ, ਸ਼ਬਦ ਸੱਚੈ ਵਿਚਾਰਾ। ਗੁਰਮੁਖ ਵਿਅਕਤੀਆਂ ਨੇ ਪੂਰੇ ਗੁਰੂ ਦੀ ਕਿਰਪਾ ਨਾਲ ਆਪਣੇ ਆਪੇ ਨੂੰ ਪਛਾਣਿਆ। ਕਿਵੇਂ? ਸ਼ਬਦ ਸੱਚਾ ਵਿਚਾਰਾ, ਸੱਚੇ ਸ਼ਬਦ ਦੁਆਰਾ ਉਹਨਾਂ ਨੇ ਆਪਣੇ ਆਪੇ ਦੀ ਵਿਚਾਰ ਕੀਤੀ। ਸੱਚੇ ਸ਼ਬਦ ਦੁਆਰਾ ਆਪਣੇ ਆਪੇ ਦੀ ਵਿਚਾਰ ਕਰਕੇ ਤੇ ਉਹਨਾਂ ਨੇ ਆਪਣੇ ਵਾਸਤਵ ਆਪੇ ਨੂੰ, ਸ਼ੁੱਧ ਆਪੇ ਨੂੰ ਪਛਾਣ ਲਿਆ। ਹਿਰਦੈ ਜਗ ਜੀਵਨ ਸਦ ਵਸਿਆ, ਤਜ ਕਾਮ ਕ੍ਰੋਧ ਅਹੰਕਾਰਾ। ਉਹਨਾਂ ਗੁਰਮੁਖਾਂ ਨੇ ਕਾਮ ਕ੍ਰੋਧ ਅਹੰਕਾਰ ਨੂੰ ਛੱਡ ਦਿੱਤਾ, ਜਿਸ ਦਾ ਸਦਕਾ ਹਿਰਦੈ ਜਗ ਜੀਵਨ ਸਦ ਵਸਿਆ। ਉਹਨਾਂ ਦੇ ਹਿਰਦੇ ਵਿੱਚ ਜਗ ਦਾ ਜੀਵਨ ਸਰੂਪ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਲਈ ਵਸ ਗਿਆ। ਕਿਉਂਕਿ ਭਗਤ ਕਬੀਰ ਜੀ ਨੇ ਲਿਖਿਆ ਹੈ, ਕਹਿਤ ਕਬੀਰ ਪੰਚ ਜੋ ਚੂਰੇ, ਤਿੰਨ ਤੇ ਨਾਹੀ ਪਰਮ ਪਦ ਦੂਰੇ। ਜਿਹੜਾ ਇਹਨਾਂ ਵਿਕਾਰਾਂ ਨੂੰ ਜਿੱਤ ਲਵੇ ਤੇ ਫਿਰ ਉਹਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸਦਾ ਹਜੂਰ ਰਵਿਆ ਸਭ ਠਾਈ, ਹਿਰਦੈ ਨਾਮ ਅਪਾਰਾ। ਉਹਨਾਂ ਗੁਰਮੁਖਾਂ ਦੇ ਹਿਰਦੇ ਵਿੱਚ ਅਪਾਰਾ, ਜੋ ਪਾਰਾਵਾਰ ਤੋਂ ਰਹਿਤ ਅਕਾਲ ਪੁਰਖ ਹੈ, ਉਹਦਾ ਨਾਮ ਵਸ ਜਾਂਦਾ। ਸਦਾ ਹਜੂਰ ਰਵਿਆ ਸਭ ਠਾਈ, ਫਿਰ ਉਹਨਾਂ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਭ ਥਾਵਾਂ ਤੇ ਪਰਿਪੂਰਨ ਹੋ ਰਿਹਾ ਤੇ ਸਦਾ ਹੀ ਨੇੜੇ ਤੋਂ ਨੇੜੇ ਆਪਣੇ ਅੰਗ ਸੰਗ ਦਿਖਾਈ ਦਿੰਦਾ ਹੈ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਾਜ਼ੂਰ ਹੈ। ਹਾਜ਼ੂਰ ਦਾ ਅਰਥ ਹੈ ਵੀ ਹਜ਼ੂਰੀ ਵਿੱਚ, ਅੱਖਾਂ ਦੇ ਸਾਹਮਣੇ ਜਿਹੜਾ ਸਾਡੇ ਕੋਲ ਹੋਵੇ। ਇਉਂ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਸਭ ਥਾਵਾਂ ਤੇ ਜੋ ਪਰਿਪੂਰਨ ਹੋ ਰਿਹਾ ਹੈ, ਹਮੇਸ਼ਾ ਆਪਣੇ ਨੇੜੇ ਅੱਖਾਂ ਦੇ ਸਾਹਮਣੇ ਦਿਖਾਈ ਦਿੰਦਾ ਹੈ। ਜੁਗ ਜੁਗ ਬਾਣੀ ਸ਼ਬਦ ਪਛਾਣੀ, ਨਾਉ ਮੀਠਾ ਮਨਹਿ ਪਿਆਰਾ। ਜੁਗ ਜੁਗ ਬਾਣੀ, ਜਿਹੜੀ ਜੁਗਾਂ ਜੁਗਾਂ ਤੋਂ ਇਹ ਤੁਰ ਕੀ ਬਾਣੀ ਆ ਰਹੀ ਹੈ, ਸ਼ਬਦ ਪਛਾਣੀ, ਉਹਨਾਂ ਨੇ ਗੁਰੂ ਕੇ ਸ਼ਬਦ ਰਾਹੀਂ ਪਛਾਣ ਲਈ ਹੈ। ਕਿਉਂਕਿ ਇਹ ਬਾਣੀ ਜੁਗਾਂ ਜੁਗਾਂਤਰਾਂ ਤੋਂ ਆ ਰਹੀ ਹੈ। ਸੱਚੀ ਬਾਣੀ ਜੋ ਹੋਈ, ਤੁਰਕੀ ਬਾਣੀ ਜੋ ਹੋਈ, ਇਹ ਜਿਹੜੀ ਜੁਗਾਂ ਜੁਗਾਂ ਤੋਂ ਤੁਰਕੀ ਬਾਣੀ ਆਈ ਹੈ, ਤੁਰਕੀ ਬਾਣੀ ਆਈ ਤਨ ਸਗਲੀ ਚਿੰਤ ਮਿਟਾਈ। ਗੁਰੂ ਕੇ ਸ਼ਬਦ ਰਾਹੀਂ
ਉਹਨਾਂ ਨੇ ਇਸ ਬਾਣੀ ਦੀ ਕਦਰੋ ਕੀਮਤ ਪਛਾਣ ਲਈ। ਨਾਉ ਮੀਠਾ ਮਨ ਹੈ ਪਿਆਰਾ, ਤੇ ਫਿਰ ਉਹਨਾਂ ਨੂੰ ਵਾਹਿਗੁਰੂ ਦਾ ਨਾਮ ਮਿੱਠਾ ਲੱਗਿਆ ਤੇ ਮਨ ਦੇ ਵਿੱਚ ਪਿਆਰਾ ਲੱਗਿਆ। ਸਤਿਗੁਰ ਸੇਵ ਜਨ ਨਾਮ ਪਛਾਤਾ, ਸਫਲ ਜਨਮ ਜਗ ਆਇਆ। ਲੋ ਹਜ਼ੂਰ ਫਰਮਾਉਂਦੇ ਨੇ, ਭਾਈ ਸਤਿਗੁਰ ਸੇਵ ਜਨ ਨਾਮ ਪਛਾਤਾ, ਜਿਨ੍ਹਾਂ ਨੇ ਸਤਿਗੁਰੂ ਦੀ ਸੇਵਾ ਕਰਕੇ ਵਾਹਿਗੁਰੂ ਦੇ ਨਾਮ ਨੂੰ ਪਛਾਣ ਲਿਆ। ਕਿਉਂਕਿ ਪਹਿਲਾਂ ਸੇਵਾ ਹੈ, ਫੇਰ ਸਿਮਰਨ ਦੀ ਗੱਲ ਆਉਂਦੀ ਹੈ। ਸਤਿਗੁਰ ਸੇਵ ਜਨ ਨਾਮ ਪਛਾਤਾ, ਜਿਸਨੇ ਸਤਿਗੁਰੂ ਦੀ ਸੇਵਾ ਕਰਕੇ ਨਾਮ ਨੂੰ ਪਛਾਣ ਲਿਆ, ਸਫਲ ਜਨਮ ਜਗ ਆਇਆ, ਬਈ ਉਹਦਾ ਜਨਮ ਸਫਲ ਹੋ ਗਿਆ ਤੇ ਉਹਦਾ ਸੰਸਾਰ ਦੇ ਵਿੱਚ ਆਉਣਾ ਵੀ ਸਫਲ ਹੋ ਗਿਆ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ। ਹਰ ਰਸ ਚਾਖ ਸਦਾ ਮਨ ਤ੍ਰਿਪਤਿਆ, ਗੁਣ ਗਾਵੇ ਗੁਣੀ ਅਗਾਇਆ। ਵਾਹਿਗੁਰੂ ਦੇ ਨਾਮ ਰਸ ਨੂੰ ਚਾਖ ਕੇ ਉਹਨਾਂ ਦਾ ਮਨ ਹਮੇਸ਼ਾ ਲਈ ਤ੍ਰਿਪਤ ਹੋ ਗਿਆ, ਸਾਰੀਆਂ ਭੁੱਖਾਂ ਦੂਰ ਹੋ ਗਈਆਂ। ਗੁਣ ਗਾਵੇ ਗੁਣੀ ਅਗਾਇਆ, ਉਹ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਤੇ ਵਾਹਿਗੁਰੂ ਦੇ ਗੁਣ ਗਾ ਕੇ ਗੁਣਾਂ ਦੇ ਨਾਲ ਅਗਾਇਆ ਤ੍ਰਿਪਤ ਹੋ ਜਾਂਦਾ ਹੈ। ਕਿਉਂਕਿ ਇੱਕ ਤਾਂ ਵਾਹਿਗੁਰੂ ਦਾ ਨਾਮ ਅੰਮ੍ਰਿਤ ਰਸ ਪੀ ਕੇ, ਤੇ ਦੂਸਰਾ ਵਾਹਿਗੁਰੂ ਦੇ ਕੀਰਤਨ ਦਾ ਭੋਜਨ ਛਕ ਕੇ ਉਸ ਦਾ ਮਨ ਤ੍ਰਿਪਤ ਹੋ ਗਿਆ ਹੈ। ਕਮਲ ਪ੍ਰਗਾਸ ਸਦਾ ਰੰਗ ਰਾਤਾ, ਅਨਹਦ ਸ਼ਬਦ ਵਜਾਇਆ। ਉਸ ਗੁਰਮੁਖ ਦਾ ਹਿਰਦਾ ਕਮਲ ਵੀ ਖਿੜ ਗਿਆ। ਸਦਾ ਰੰਗ ਰਾਤਾ, ਉਹ ਹਮੇਸ਼ਾ ਲਈ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗਿਆ ਗਿਆ। ਅਨਹਦ ਸ਼ਬਦ ਵਜਾਇਆ, ਫਿਰ ਉਸਨੇ ਅਨਹਦ ਸ਼ਬਦ ਅਜੱਪਾ ਜਾਪਦਾ ਆਪਣੀ ਸੁਰਤ ਵਿੱਚ ਵਜਾਇਆ। ਭਾਵ ਉਹ ਆਪਣੀ ਸੁਰਤ ਵਿੱਚ ਅਜੱਪਾ ਜਾਪ ਨੂੰ ਪ੍ਰਗਟ ਕਰ ਲੈਂਦਾ ਹੈ। ਤਨ ਮਨ ਨਿਰਮਲ, ਨਿਰਮਲ ਬਾਣੀ ਸੱਚੇ ਸੱਚ ਸਮਾਇਆ। ਬਾਣੀ ਦੁਆਰਾ ਉਸ ਦਾ ਤਨ ਵੀ ਨਿਰਮਲ ਹੋ ਗਿਆ ਤੇ ਮਨ ਵੀ ਨਿਰਮਲ ਹੋ ਗਿਆ। ਸੱਚੇ ਸੱਚ ਸਮਾਇਆ, ਤੇ ਫਿਰ ਸੱਚੇ ਨਾਮ ਦੀ ਕਮਾਈ ਕਰਕੇ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਵਿੱਚ ਜਾ ਕੇ ਅਭੇਦ ਹੋ ਗਿਆ। ਰਾਮ ਨਾਮ ਕੀ ਗਤ ਕੋਇ ਨਾ ਬੂਝੈ, ਗੁਰਮਤਿ ਹਿਰਦੈ ਸਮਾਈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵਾਹਿਗੁਰੂ ਦੇ ਨਾਮ ਦੀ ਜਿਹੜੀ ਅਗਮਾਗਾਧ ਗਤੀ ਹੈ, ਅਥਵਾ ਜਿਹੜੀ ਵਾਹਿਗੁਰੂ ਦੇ ਨਾਮ ਦੀ ਮਹਿਮਾ ਹੈ, ਉਸ ਨੂੰ ਕੋਈ ਵੀ ਨਹੀਂ ਸਮਝ ਸਕਦਾ। ਗੁਰਮਤਿ ਹਿਰਦੈ ਸਮਾਈ, ਗੁਰੂ ਦੀ ਮੱਤ ਦੁਆਰਾ ਨਾਮ ਹਿਰਦੇ ਵਿੱਚ ਵਸਦਾ ਹੈ। ਗੁਰਮੁਖ ਹੋਵੇ ਸੋ ਮਗ ਪਛਾਣੈ, ਹਰ ਰਸ ਰਸਨ ਰਸਾਈ। ਜਿਹੜਾ ਗੁਰੂ ਦੇ ਸਨਮੁਖ ਹੋ ਜਾਂਦਾ ਹੈ, ਗੁਰੂ ਦੇ ਅਨਸਾਰੀ ਹੋ ਜਾਂਦਾ ਹੈ, ਸੋ ਮਗ ਪਛਾਣੈ। ਉਹ ਅਸਲੀ ਵਾਹਿਗੁਰੂ ਦੇ ਪ੍ਰੇਮਾ ਭਗਤੀ ਦੇ ਮਾਰਗ ਨੂੰ ਪਛਾਣ ਲੈਂਦਾ। ਹਰ ਰਸ ਰਸਨ ਰਸਾਈ, ਫਿਰ ਉਹਦੀ ਰਸਨਾ ਵੀ ਵਾਹਿਗੁਰੂ ਦੇ ਨਾਮ ਰਸ ਦੇ ਵਿੱਚ ਰਸ ਜਾਂਦੀ ਹੈ। ਉਹਦੀ ਰਸਨਾ ਦੇ ਵਿੱਚ ਵੀ ਰਸ ਭਰ ਜਾਂਦਾ ਹੈ। ਜੋ ਵੀ ਮਹਾਂਪੁਰਖ ਮੂੰਹੋਂ ਬਚਨ ਕੱਢਦਾ ਹੈ, ਉਹ ਬੜਾ ਹੀ ਆਨੰਦਮਈ ਸੁਣਨ ਵਾਲਿਆਂ ਨੂੰ ਜਪਦਾ ਹੈ। ਜਪ ਤਪ ਸੰਜਮ ਸਭ ਗੁਰ ਤੇ ਹੋਵੇ, ਹਿਰਦੈ ਨਾਮ ਵਸਾਈ। ਹਜ਼ੂਰ ਫਰਮਾਉਂਦੇ ਨੇ, ਭਾਈ ਅਸਲੀ ਜਪ, ਅਸਲੀ ਤਪ ਤੇ ਸੰਜਮ ਸਭ ਗੁਰੂ ਤੋਂ ਹੀ ਪ੍ਰਾਪਤ ਹੁੰਦਾ। ਗੁਰ ਮੰਤਰ ਦਾ ਜਾਪ, ਗੁਰ ਸੇਵਾ ਦਾ ਤਪ, ਤੇ ਜਿਹੜਾ ਸੱਚਾ ਇੰਦਰੀਆਂ ਦਾ ਦਮਨ ਤੇ ਮਨ ਦਾ ਕੰਟਰੋਲ ਹੈ, ਇਹ ਸਭ ਗੁਰੂ ਤੋਂ ਹੀ ਪ੍ਰਾਪਤ ਹੁੰਦਾ ਹੈ। ਹਿਰਦੈ ਨਾਮ ਵਸਾਈ, ਤੇ ਗੁਰੂ ਹੀ ਸਾਡੇ ਹਿਰਦੇ ਵਿੱਚ ਨਾਮ ਨੂੰ ਵਸਾਉਂਦਾ ਹੈ। ਨਾਨਕ ਨਾਮ ਸੰਭਾਲੈ ਸੇ ਜਨ ਸੋਹਨ, ਦਰ ਸਾਚੈ ਪਤ ਪਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜੋ ਗੁਰਮੁਖ ਪਿਆਰੇ ਵਾਹਿਗੁਰੂ ਦੇ ਨਾਮ ਨੂੰ ਸੰਭਾਲਦੇ ਹਨ, ਸੇ ਜਨ ਸੋਹਨ, ਉਹ ਜਨ ਗੁਰਮੁਖ ਪਿਆਰੇ ਹਮੇਸ਼ਾ ਲਈ ਸੋਭਾ ਪ੍ਰਾਪਤ ਕਰਦੇ ਹਨ। ਦਰ ਸਾਚੈ ਪਤ ਪਾਈ, ਉਹਨਾਂ ਨੇ ਸੱਚੇ ਦਰ ਭਾਵ ਸੱਚੀ ਦਰਗਾਹ ਦੇ ਵਿੱਚ, ਸੱਚਖੰਡ ਦਰਬਾਰ ਦੇ ਵਿੱਚ ਜਾ ਕੇ ਵੀ ਉਹਨਾਂ ਨੇ ਪਤ ਇੱਜ਼ਤ ਪ੍ਰਾਪਤ ਕਰ ਲਈ। ਉਹਨਾਂ ਮਹਾਂਪੁਰਖਾਂ ਦਾ ਪਰਲੋਕ ਦੇ ਵਿੱਚ ਵੀ ਸਨਮਾਨ ਹੁੰਦਾ ਹੈ। ਰੇ ਰੇ ਦਰ ਗਏ ਕਹਿ ਨਾ ਕੋ, ਆਓ ਬੈਠ ਆਦਰ ਸ਼ੁਭ ਦਿਓ, ਪਹਿਰ ਸਿਰ ਪਾਓ ਸੇਵਕ ਜਨ ਮੇਲੇ, ਨਾਨਕ ਪ੍ਰਗਟ ਪਹਾਰੇ। ਇਉਂ ਉਸ ਵਾਹਿਗੁਰੂ ਦੇ ਸੱਚਖੰਡ ਦਰਬਾਰ ਦੇ ਵਿੱਚ ਵੀ ਉਹਨਾਂ ਨੇ ਪਤ ਪ੍ਰਾਪਤ ਕਰ ਲਈ। ਸੋਰਠ ਮਹੱਲਾ ਤੀਜਾ, ਦੋ ਤੁਕੇ ਸਤਿਗੁਰ ਮਿਲਿਆ ਉਲਟੀ ਭਈ ਭਾਈ, ਜੀਵਤ ਮਰੈ ਤਾਂ ਬੂਝ ਪਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਦੋ ਤੁਕੇ ਸ਼ਬਦ ਅੱਗੇ ਉਚਾਰਨ ਕਰ ਰਹੇ ਹਨ। ਮਨ ਰੇ ਹਰ ਹਰ ਸੇਤੀ ਲਿਵ ਲਾਏ। ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦਿੱਤਾ ਹੈ ਕਿ ਐ ਮਨਾ, ਤੂੰ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਹੀ ਆਪਣੀ ਚਿੱਤ ਬਿਰਤੀ ਨੂੰ ਜੋੜ। ਮਨ ਹਰ ਜਾ ਮੀਠਾ ਲੱਗੈ ਭਾਈ, ਗੁਰਮੁਖ ਪਾਏ ਹਰ ਥਾਏ। ਹੇ ਭਾਈ, ਮਨ ਹਰ ਜਾ ਮੀਠਾ ਲੱਗੈ ਭਾਈ। ਹੇ ਮਨ, ਹੇ ਭਾਈ, ਜਦੋਂ ਤੂੰ ਵਾਹਿਗੁਰੂ ਦੇ ਨਾਮ ਨੂੰ ਜਪੇਗਾ ਤੇ ਜਪਦਿਆਂ ਜਪਦਿਆਂ ਤੈਨੂੰ ਨਾਮ ਮਿੱਠਾ ਲੱਗਣ ਲੱਗ ਪਵੇਗਾ। ਹੁਣ ਤੇ ਨਾਮ ਸਾਨੂੰ ਅਲੂਣੀ ਸਿਲਾ ਵਾਂਗੂ ਜਪਦਾ, ਆਖਣ ਔਖਾ ਸਾਚਾ ਨਾਮ, ਇਸੇ ਲਈ ਨਾਮ ਜਪਣਾ ਵੀ ਔਖਾ ਲੱਗਦਾ। ਪਰ ਜਦੋਂ ਨਾਮ ਦੇ ਵਿੱਚੋਂ ਰਸ ਆਉਣ ਲੱਗ ਜਾਂਦਾ ਨਾ, ਤੇ ਫਿਰ ਆਪਣੇ ਆਪ ਹੀ ਨਾਮ ਜਪਣ ਨੂੰ ਜੀ ਕਰਦਾ। ਜਿਵੇਂ ਕੋਈ ਬਹੁਤਾ ਸੁਆਦੀ ਕੋਈ ਪਦਾਰਥ ਬਣਿਆ ਹੋਵੇ ਤੇ ਉਹਨੂੰ ਆਪਾਂ ਖਾਈ ਜਾਂਦੇ ਹਾਂ, ਹੋਰ ਖਾਈ ਜਾਂਦੇ ਹਾਂ, ਕਿਉਂਕਿ ਉਹਦੇ ਵਿੱਚੋਂ ਸਾਨੂੰ ਰਸ ਆਉਂਦਾ, ਸਵਾਦ ਆਉਂਦਾ। ਜਦੋਂ ਅਸੀਂ ਵਾਹਿਗੁਰੂ ਦੇ ਨਾਮ ਨੂੰ ਜਪਾਂਗੇ ਤਾਂ ਹਜ਼ੂਰ ਕਹਿੰਦੇ ਨਾਮ ਵੀ ਮਿੱਠਾ ਲੱਗਣ ਲੱਗ ਪਵੇਗਾ। ਗੁਰਮੁਖ ਪਾਏ ਹਰ ਥਾਏ। ਪਰ ਗੁਰੂ ਦੁਆਰਾ ਜਿਹੜਾ ਨਾਮ ਨੂੰ ਪ੍ਰਾਪਤ ਕਰਦਾ ਹੈ, ਉਹਨੂੰ ਵਾਹਿਗੁਰੂ ਥਾਂ ਪਾਉਂਦਾ, ਦਰਗਾਹ ਵਿੱਚ ਪ੍ਰਵਾਨ ਕਰਦਾ। ਇਸ ਲਈ ਗੁਰੂ ਦੁਆਰਾ ਹੋ ਕੇ ਗੁਰਮਤਿ ਦੁਆਰਾ ਨਾਮ ਪ੍ਰਾਪਤ ਕਰੋ। ਉਸ ਨਾਮ ਨੂੰ ਵਾਹਿਗੁਰੂ ਦਰਗਾਹੇ ਵੀ ਪ੍ਰਵਾਨ ਕਰ ਲੈਂਦਾ ਹੈ। ਸਤਿਗੁਰ ਮਿਲਿਆ ਉਲਟੀ ਪਈ ਭਾਈ, ਜੀਵਤ ਮਰੈ ਤਾਂ ਬੂਝ ਪਾਏ। ਸਤਿਗੁਰੂ ਦੇ ਨਾਲ ਮਿਲ ਕੇ ਮਨੁੱਖ ਨੂੰ ਕੀ ਪ੍ਰਾਪਤੀਆਂ ਹੁੰਦੀਆਂ ਹਨ, ਤਾਂ ਹਜ਼ੂਰ ਉਹਨਾਂ ਦਾ ਜ਼ਿਕਰ ਕਰਦੇ ਹਨ। ਸਤਿਗੁਰੂ ਦੇ ਨਾਲ ਮਿਲ ਕੇ ਉਲਟੀ ਪਈ ਭਾਈ। ਹੇ ਭਾਈ, ਸਾਡੀ ਜਿਹੜੀ ਅਵਸਥਾ ਸੀ ਉਹ ਉਲਟ ਗਈ ਹੈ। ਸਾਡੇ ਮਨ ਦੀ ਅਵਸਥਾ ਵੀ ਉਲਟ ਹੋ ਗਈ ਤੇ ਸਾਡੇ ਸਰੀਰ ਵਿੱਚ ਵੀ ਪਲਟਾ ਆ ਗਿਆ। ਸਤਿਗੁਰੂ ਦੇ ਨਾਲ ਮਿਲ ਕੇ ਸਾਡੀ ਜਿਹੜੀ ਬਿਰਤੀ ਸੀ ਸੰਸਾਰਾਕਾਰ, ਉਹ ਬ੍ਰਹਮਾਕਾਰ ਹੋ ਗਈ, ਤੇ ਜਿਹੜੀ ਵਿਸ਼ਿਆਕਾਰ ਸੀ ਉਹ ਹੁਣ ਆਤਮਾਕਾਰ ਹੋ ਗਈ। ਸਤਿਗੁਰੂ ਦੇ ਨਾਲ ਮਿਲ ਕੇ ਸਾਡੀ ਜਿਹੜੀ ਅੰਤःਕਰਨ ਦੀ ਬਿਰਤੀ ਸੀ ਉਹ ਹੁਣ ਉਲਟ ਗਈ ਹੈ। ਜੀਵਤ ਮਰੈ ਤਾਂ ਬੂਝ ਪਾਏ। ਹਜ਼ੂਰ ਫਰਮਾਉਂਦੇ ਨੇ, ਭਾਈ ਜਿਹੜਾ ਗੁਰਸਿੱਖ ਸਤਿਗੁਰੂ ਦੇ ਨਾਲ ਮਿਲ ਕੇ ਜੀਵਤ ਭਾਵ ਤੋਂ ਮਰਦਾ ਹੈ, ਤਾਂ ਉਸਨੂੰ ਇਸ ਗੱਲ ਦੀ ਸਮਝ ਆਉਂਦੀ ਹੈ ਵੀ ਇਸ ਸਰੀਰਕ ਜੀਵਨ ਤੋਂ ਪਰੇ ਇੱਕ ਆਤਮਿਕ ਜੀਵਨ ਵੀ ਹੈ। ਇਸ ਦੁਨਿਆਵੀ ਜ਼ਿੰਦਗੀ ਤੋਂ ਪਰੇ ਇੱਕ ਰੂਹਾਨੀ ਜ਼ਿੰਦਗੀ ਵੀ ਹੈ। ਪਰ ਜਿਹੜਾ ਜੀਵਤ ਭਾਵ ਤੋਂ ਮਰਦਾ, ਉਹਨੂੰ ਉਸ ਆਤਮਿਕ ਜੀਵਨ ਦੀ ਸੋਝੀ ਪ੍ਰਾਪਤ ਹੁੰਦੀ ਹੈ। ਸੋ ਗੁਰੂ ਸੋ ਸਿੱਖ ਹੈ ਭਾਈ, ਜਿਸ ਜੋਤੀ ਜੋਤ ਮਿਲਾਏ। ਉਹੀ ਗੁਰੂ ਹੈ, ਹੇ ਭਾਈ, ਉਹੀ ਗੁਰੂ ਹੈ ਵੀ ਜਿਹੜਾ ਸਾਨੂੰ ਉਪਦੇਸ਼ ਦੇਵੇ। ਉਹ ਸਿੱਖ ਹੈ ਜਿਹੜਾ ਉਸਨੂੰ ਕਮਾਵੇ। ਜਿਸ ਜੋਤੀ ਜੋਤ ਮਿਲਾਏ, ਜਿਸ ਦੀ ਜੋਤ ਨੂੰ ਵਾਹਿਗੁਰੂ ਆਪਣੀ ਜੋਤ ਵਿੱਚ ਮਿਲਾ ਲਵੇ, ਉਹੀ ਗੁਰੂ ਤੇ ਉਹੀ ਸਿੱਖ ਦੋਨੋਂ ਪ੍ਰਵਾਨ ਹੁੰਦੇ ਹਨ। ਮਨ ਰੇ ਹਰ ਹਰ ਸੇਤੀ ਲਿਵ ਲਾਏ। ਮਨ ਹਰ ਜਾ ਮੀਠਾ ਲਾਗੈ ਭਾਈ, ਗੁਰਮੁਖ ਪਾਏ ਹਰ ਥਾਏ। ਰਹਾਉ, ਐ ਮਨ, ਤੂੰ ਹਰ ਵੇਲੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਆਪਣੀ ਚਿੱਤ ਬਿਰਤੀ ਨੂੰ ਜੋੜ। ਆਪਣੀ ਅੰਦਰੋਂ ਸੁਰਤ ਨੂੰ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੋੜੀ ਰੱਖ। ਮਨ ਹਰ ਜਾ ਮੀਠਾ ਲੱਗੈ ਭਾਈ। ਜਦੋਂ ਲਿਵ ਲਾ ਕੇ ਮਨ ਤਾਂ ਨਾਮ ਜਪੋ ਲਿਵ ਲਾਏ। ਜਦੋਂ ਤੂੰ ਮਨ ਲਾ ਕੇ ਲਿਵ ਲਾ ਕੇ ਵਾਹਿਗੁਰੂ ਦੇ ਨਾਮ ਨੂੰ ਜਪੇਗਾ, ਹੇ ਭਾਈ, ਹੇ ਮਨ, ਹੇ ਪਿਆਰੇ, ਫਿਰ ਉਹ ਨਾਮ ਤੈਨੂੰ ਮਿੱਠਾ ਲੱਗੇਗਾ। ਗੁਰਮੁਖ ਪਾਏ ਹਰ ਥਾਏ, ਜਿਹੜਾ ਗੁਰਮੁਖ ਬਣ ਕੇ ਗੁਰੂ ਦੇ ਸਨਮੁਖ ਹੋ ਕੇ ਵਾਹਿਗੁਰੂ ਦੇ ਨਾਮ ਨੂੰ ਪ੍ਰਾਪਤ ਕਰਦਾ ਹੈ ਤੇ ਹਰ ਥਾਂ ਵਾਹਿਗੁਰੂ ਉਸਨੂੰ ਥਾਂ ਪਾਉਂਦਾ, ਦਰਗਾਹੇ ਮਕਬੂਲ ਕਰਦਾ ਹੈ। ਰਹਾਉ, ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ, ਬਿਨ ਗੁਰ ਪ੍ਰੀਤ ਨਾ ਉਪਜੈ ਭਾਈ, ਮਨ ਮੁਖ ਦੂਜੈ ਪਾਏ। ਹੇ ਭਾਈ, ਬਿਨਾਂ ਗੁਰੂ ਤੋਂ ਵਾਹਿਗੁਰੂ ਦੀ ਪ੍ਰੀਤੀ ਮੁਹੱਬਤ ਪੈਦਾ ਹੀ ਨਹੀਂ ਹੁੰਦੀ। ਮਨਮੁਖ ਦੂਜਾ ਪਾਏ, ਤੇ ਜਿਹੜੇ ਮਨਮੁਖ ਆਦਮੀ ਨੇ ਉਹ ਤੇ ਦੁਐਤ ਭਾਵ ਦੇ ਵਿੱਚ ਹੀ, ਹੋਰ ਦੂਜੀਆਂ ਵਸਤਾਂ ਦੇ ਤੇ ਦੂਜੇ ਹੀ ਪ੍ਰੇਮ ਦੇ ਵਿੱਚ ਲੱਗੇ ਰਹਿੰਦੇ ਹਨ।